ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਜ਼ਾਦ ਹਿਊਮਨ ਨਿਊਜ਼ ਟੀਵੀ। ਬੀਤੇ ਦਿਨ ਦਿੱਲੀ ਦੇ ਵਿੱਚ ਰਾਬੀਆ ਸੈਫੀ ਦੇ ਨਾਲ ਜੋ ਬਰਬਰਤਾ ਇੱਕ ਇਨਸਾਨ ਵੱਲੋਂ ਕੀਤਾ ਗਿਆ ਸਭ ਤੋਂ ਘਿਨੌਣਾ ਕੰਮ, ਉਸ ਦਾ ਰੇਪ ਔਰ ਉਸ ਦੀ ਹੱਤਿਆ ਵੀ ਬਹੁਤ ਹੀ ਬੇਰਹਿਮੀ ਨਾਲ ਕੀਤੀ ਗਈ, ਕਿਉਂਕਿ ਉਸ ਦੇ ਸਰੀਰ ਦੇ ਕੁਝ ਪਾਰਟ ਵੀ ਗਾਇਬ ਸੀ। ਬੜੀ ਬੇਦਰਦੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ, ਜਿਸ ਦੀ ਇਨਸਾਫ ਦੀ ਮੰਗ ਉਸ ਦਾ ਪਰਿਵਾਰ, ਉਸ ਦੇ ਮਾਂ-ਬਾਪ ਕਰ ਰਹੇ ਨੇ। ਕਿਉਂਕਿ ਇੱਕ ਬੱਚਾ ਪੈਦਾ ਹੁੰਦਾ, ਫਿਰ ਉਸ ਦੀ ਪਰਵਰਿਸ਼ ਹੁੰਦੀ ਹੈ, ਉਸ ਤੋਂ ਬਾਅਦ ਉਹਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ, ਫਿਰ ਕਿਤੇ ਮੁਕਾਮ 'ਤੇ ਜਾ ਕੇ ਉਹ ਪਹੁੰਚਦਾ ਹੈ। ਅਤੇ ਰਾਬੀਆ ਸੈਫੀ ਉਹਨਾਂ ਦੇ ਵਿੱਚੋਂ ਸੀ ਜੋ ਮਿਹਨਤ ਕਰਕੇ ਅੱਗੇ ਵਧੇ ਅਤੇ ਨੌਕਰੀ ਹਾਸਿਲ ਕੀਤੀ, ਇੱਕ ਮੁਕਾਮ 'ਤੇ ਪਹੁੰਚੇ। ਕਿਸੇ ਦੀ ਨਜ਼ਰ ਐਸੀ ਲੱਗੀ ਕਿ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਉਸ ਦੀ ਜਾਨ ਚਲੀ ਗਈ। ਰਾਬੀਆ ਸੈਫੀ ਦੇ ਨਾਲ ਹੋਈ ਬਰਬਰਤਾ ਦੇ ਖਿਲਾਫ ਅੱਜ ਮਲੇਰਕੋਟਲਾ ਡਿਸਟ੍ਰਿਕਟ ਦੇ ਵਿੱਚ ਸਰਹੱਦੀ ਗੇਟ ਤੋਂ DC ਮੈਡਮ ਦੇ ਆਫਿਸ ਤੱਕ ਇੱਕ ਮਾਰਚ ਕੱਢਿਆ ਗਿਆ ਅਤੇ ਇੱਕ ਮੈਮੋਰੈਂਡਮ ਦਿੱਤਾ ਗਿਆ DC ਸਾਹਿਬ ਨੂੰ। ਤੁਹਾਨੂੰ ਦਿਖਾਵਾਂਗੇ ਪੂਰੀ ਰਿਪੋਰਟ, ਦੇਖਦੇ ਰਹੋ ਆਜ਼ਾਦ ਹਿਊਮਨ ਨਿਊਜ਼ ਟੀਵੀ। ਦਿੱਲੀ ਦੇ ਵਿੱਚ ਹੋਈ ਇਹ ਬਰਬਰਤਾ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇੱਕ ਵੱਡੀ ਵਾਰਦਾਤ ਸਾਬਤ ਹੋਈ। ਪੂਰੇ ਦੇਸ਼ ਦੇ ਵਿੱਚ ਇਸ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ। ਮਲੇਰਕੋਟਲਾ ਦੇ ਵਿੱਚ ਵੀ ਛੋਟੇ ਬੱਚੇ, ਔਰਤਾਂ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੱਧ ਚੜ੍ਹ ਕੇ ਇਹਦੇ ਰੋਸ ਮਾਰਚ ਦੇ ਵਿੱਚ ਹਿੱਸਾ ਲਿੱਤਾ, ਜਿਸ ਦੇ ਵਿੱਚ ਕਿਸਾਨ ਆਗੂ ਵੀ ਸਮਰਥਨ ਦਿੰਦੇ ਨਜ਼ਰ ਆਏ। ਮਲੇਰਕੋਟਲਾ DC ਆਫਿਸ ਦੇ ਸਾਹਮਣੇ ਮੈਮੋਰੈਂਡਮ ਦਿੱਤਾ ਗਿਆ। DC ਮੈਮ ਕਿਸੇ ਕੰਮ ਦੇ ਵਜੋਂ ਹਾਜ਼ਰ ਨਹੀਂ ਹੋ ਸਕੇ। ਤਹਿਸੀਲਦਾਰ ਸਾਹਿਬ ਨੂੰ ਮੈਮੋਰੈਂਡਮ ਦੇ ਕੇ ਆਪਣਾ ਰੋਸ ਪ੍ਰਗਟਾਇਆ ਤੇ ਹੱਕ ਸੱਚ ਦੀ ਮੰਗ ਕੀਤੀ। ਬੋਲੋ ਸਾਰਿਆਂ ਨੂੰ, ਆ ਜਿਹੜੀ ਬੱਚੀ ਦੀ ਸ਼ਹੀਦ ਹੋਈ ਹੈ
ਬੇਟੀਆਂ ਦਾ ਸਮਾਜ ਬੱਚੀਆਂ ਨੇ ਜਿਸ ਦੇ ਨਾਲ ਸਮਾਜਿਕ ਤੰਜੀਮਾਂ ਸਮਾਜ ਦੇ ਬੰਦਿਆਂ ਦੇ ਸਾਨੂੰ ਯਕੀਨੀ ਬਣਾਇਆ ਇਹ ਸਾਡੀ ਉਹ ਮਾਮਲਾ ਸੀ ਜਿਹਨਾਂ ਹਾਈਲਾਈਟ ਹੁੰਦਾ ਪਤਾ ਨਹੀਂ ਕਿੰਨੀਆਂ ਖਰਾਬੀਆਂ ਸਾਡੇ ਵਰਗੇ ਸਾਡੇ ਧੀਆਂ ਨੇ ਜੋ ਇਸ ਵੇਲੇ ਘਰਾਂ ਦੇ ਵਿੱਚ ਤੜਪ ਰਹੀਆਂ ਨੇ ਕੁਛ ਚੱਲ ਰਹੀਆਂ ਨੇ ਜਾਂ ਆਪਣੇ ਸਦਾ ਪਰਿਵਾਰ ਦਾ ਜਾਂ ਆਪਣੇ ਸਮਾਜ ਦਾ ਉਹਨਾਂ ਨੂੰ ਇਸ ਰੈਲੀ ਤੋਂ ਬਾਅਦ ਚੀਜ਼ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਵੇਲਾ ਆ ਗਿਆ ਕਿ ਜਦੋਂ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਵਾਸਤੇ ਔਰਤ ਨੂੰ ਖੜਨਾ ਚਾਹੀਦਾ ਬਿਲਕੁਲ ਹੈ। ਉਹਨੇ ਇਹ ਦਾਅਵਾ ਕੀਤਾ ਵੀ ਮੈਂ ਹਸਬੈਂਡ ਆ, ਠੀਕ ਹੈ, ਉਹਨੇ ਆਪਣੇ ਡਾਕੂਮੈਂਟਸ ਵੀ ਲੈ ਕੇ ਆਇਆ ਤੇ ਅਸੀਂ ਇਹ ਗੱਲ ਕਹਿ ਰਹੇ ਕਿ ਡਾਕੂਮੈਂਟ ਅੱਜ ਦੇ ਟਾਈਮ 'ਚ ਫੇਕ ਵੀ ਬਣ ਸਕਦੇ ਆ। ਸਾਡੀ ਸਿਰਫ ਇਹ ਰਿਕੁਐਸਟ ਹੈ ਇਨ ਕੇਸ ਜੇ ਉਹ ਹਸਬੈਂਡ ਹੈ ਵੀ ਮੁਹੰਮਦ ਨਿਜ਼ਾਮੁਦੀਨ, ਉਹਦਾ ਕੋਈ ਮਤਲਬ ਨਹੀਂ ਬਣਦਾ ਸੀ ਉਹਦੇ ਨੇ ਇੰਨੀ ਬਰੂਟੈਲਿਟੀ ਕਰਨ ਦਾ, ਉਹਦੇ ਤੇ ਇੰਨਾ ਤਸ਼ੱਦਦ ਕਰਨ ਦਾ, ਕਿਉਂਕਿ ਉਹਨੇ ਕੁੱਟਮਾਰ ਨਹੀਂ ਕੀਤੀ, ਉਹਨੇ ਇਹਦੇ 'ਚ ਦਰਿੰਦਗੀ ਦਿਖਾਈ ਹੈ ਤੇ ਉਹ ਇਹਦੇ 'ਚ ਸਿਰਫ ਨਿਜ਼ਾਮੁਦੀਨ ਨਹੀਂ ਸੀ, ਉਹਦੇ ਨਾਲ 3 ਹੋਰ ਸਸਪੈਕਟਸ ਵੀ ਨੇ। ਕਾਸਿਫ ਸਾਹਿਬ ਮਾੜਕ ਮਾਈਕ ਨਿਵਾ ਕੋਲ ਮਾੜਕ ਸਾਰੇ ਚਾਰ ਮਾੜਕ ਉਹਦੇ ਨਾਲ ਰਾਬੀਆ ਸੈਫੀ ਨਾਲ ਕੰਮ ਕਰਦੀ ਸੀ ਜਿਹਦਾ ਨਾਮ ਹੈ ਜੋਤੀ। ਕਿਉਂਕਿ ਜਦੋਂ ਪੇਰੈਂਟਸ ਨੇਹਾ ਦੇ ਘਰ ਗਏ ਸੀ, ਨੇਹਾ ਨੇ ਜੋਤੀ ਨਾਲ ਗੱਲ ਕਰਾਈ ਸੀ, ਜੋਤੀ ਨੇ ਕਿਹਾ ਸੀ ਕਿ ਸ਼ੀ ਵਿਲ ਰੀਚ ਹੋਮ ਸੇਫ ਐਂਡ ਸਿਕਿਉਰਲੀ, ਸ਼ੀ ਵਿਲ ਰੀਚ ਹੋਮ। ਪਰ ਸਰ ਉਹ ਆਪਣੇ ਘਰ ਵਾਪਸ ਨਹੀਂ ਪਰਤੀ ਤੇ ਪੁਲਿਸ ਵਾਲਿਆਂ ਨੇ ਇਹ ਕਿਹਾ ਰਾਬੀਆ ਸੈਫੀ ਦੇ ਪੇਰੈਂਟਸ ਨੂੰ ਵੀ ਤੁਹਾਡੀ ਬੇਟੀ ਦਾ ਪੋਸਟਮਾਰਟਮ ਹੀ ਹੋ ਗਿਆ ਤੇ ਉਹਦੀ ਤੁਸੀਂ ਆਪਣੇ ਆਇਓ ਬਾਈ ਅੱਜ ਜੋ ਦਿੱਲੀ ਦੇ ਵਿੱਚ ਇੱਕ ਰੇਪ ਹੋਇਆ ਹੈ ਰਾਬੀਆ ਸੈਫੀ ਦਾ, ਤਾਂ ਉਸ ਵਿੱਚ ਜੋ ਸਰਕਾਰ ਹੈ ਜਾਂ ਫਿਰ ਉੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਉਸ ਮੁਤਾਬਿਕ ਇਨਵੈਸਟੀਗੇਸ਼ਨ ਨਹੀਂ ਕਰ ਰਹੀ, ਜੋ ਕਿ ਇਸ ਕੇਸ ਵਿੱਚ ਕਰਨੀ ਚਾਹੀਦੀ ਹੈ। ਇਹ ਕਹਿ ਰਹੇ ਨੇ ਕਿ ਉਹਦੀ ਮੈਰਿਜ ਹੋਈ थी ਕੁੜੀ, 21 ਸਾਲ ਦੀ ਜੋ ਕੁੜੀ थी उसकी मैरिज होई थी। अगर मैरिज होई थी तो ਉਹਦੇ सबूत कितने? हर इंसान जब कुछ करन जाता है तो ਉਹਦੇ सबूत ਹੁੰਦੇ, मैरिज ਦਾ सबूत नहीं और ਇਨਵੈਸਟੀਗੇਸ਼ਨ ਵਿੱਚ ਬਹੁਤ ਢੀਲ ਹੈ। ਇਸ ਕਰਕੇ ਇਹ ਮੁੱਦਾ ਜੋ ਉਠਾਉਣਾ ਚਾਹੀਦਾ ਹੈ। ਅਫਸੋਸ ਹੁਣ ਇਸ ਗੱਲ ਤੇ ਹੋ ਰਿਹਾ ਹੈ ਕਿ ਜਿੱਥੇ ਗਾਇਆਂ ਨੂੰ ਮਾਤਾ ਦਾ ਦਰਜਾ ਦਿੱਤਾ ਜਾ ਰਿਹਾ ਹੈ, ਇੱਕ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਇੱਕ ਕੌਮੀ ਜੋ ਜਾਨਵਰ ਹੋਣਾ ਚਾਹੀਦਾ ਹੈ ਇੱਕ ਗਾਂ, ਔਰ ਉਹਦੀ ਪ੍ਰੋਟੈਕਸ਼ਨ ਕਰਨਾ ਇੱਕ ਫੰਡਾਮੈਂਟਲ ਰਾਈਟ ਹੈ ਹਰ ਹਿੰਦੂ ਦਾ। और उसी मुल्क ਵਿੱਚ ਇੱਕ ਕੁੜੀ ਉੱਪਰ ਜ਼ੁਲਮ ਹੋ ਰਿਹਾ ਹੈ, ਉਹਦੇ ਉੱਪਰ ਕੋਈ ਕਾਰਵਾਈ ਨਹੀਂ। ਕੀ ਸਰਕਾਰ ਕੀ ਐਡਮਿਨਿਸਟ੍ਰੇਸ਼ਨ ਉਨਾਓ ਰੇਪ ਕੇਸ ਦੀ ਤਰ੍ਹਾਂ ਇਸ ਕੇਸ ਦਾ ਵੇਟ ਕਰ ਰਹੀ ਹੈ ਕਿ ਜਿਵੇਂ ਉਨਾਓ ਦੇ ਵਿੱਚ ਉਹਦਾ ਪੂਰਾ ਪਰਿਵਾਰ ਕਤਲ ਕਰਨ ਵਾਲਾ ਜਾਂ ਕਰਤਾ ਉਹਨੂੰ ਮਾਰਤਾ, ਕੁੜੀ ਨੂੰ ਮਾਰਨਾ ਥਾ, ਐਕਸੀਡੈਂਟ ਕਰਵਾਇਆ, ਕਿ ਇਹ ਉਹੀ ਚਾਹ ਰਹੇ ਨੇ ਕਿ ਉਹੀ ਇਸ ਕੇਸ ਵਿੱਚ ਵੀ ਹੋਵੇ? ਉਹ ਸਾਨੇ ਨਹੀਂ ਹੋਣ ਦੇਣਾ। ਸਾਡਾ ਇਹੀ ਹੈ ਕਿ ਇਨਵੈਸਟੀਗੇਸ਼ਨ ਕਰਵਾਓ ਪੂਰੀ, ਔਰ ਇਸ ਕੇਸ ਦੇ ਵਿੱਚ ਪੂਰੀ ਜਿੰਨੀ ਵੀ ਇਨਵੈਸਟੀਗੇਸ਼ਨ CBI ਕਰੇ, ਲੇਕਿਨ ਇਸ ਕੇਸ ਨੂੰ ਅੱਗੇ ਦਬਣਾ ਨਹੀਂ ਚਾਹੀਦਾ। ਅਸੀਂ ਜਿਹੜੇ ਪ੍ਰੋਟੈਸਟ ਹੈ ਜੋ ਰਾਬੀਆ ਸੈਫੀ ਹੈ ਜਿਹਦੇ ਨਾਲ ਅਨਜਸਟਿਸ ਹੋਇਆ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹਨੂੰ ਜਸਟਿਸ ਦਿੱਤਾ ਜਾਵੇ। ਜਿਵੇਂ ਅੱਜ ਕੱਲ੍ਹ ਬਾਇਸ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਅਦਾਮਨੀ ਦਾ ਕੇਸ ਸੀਗਾ ਉਹਦੇ ਵਿੱਚ ਪ੍ਰੋਪਰ ਉਹਨਾਂ ਦਾ ਇਨਵੈਸਟੀਗੇਸ਼ਨ ਤੋਂ ਬਾਅਦ ਜਸਟਿਸ ਮਿਲਿਆ, ਤਾਂ ਅਸੀਂ ਚਾਹੁੰਦੇ ਕਿ ਉਸੇ ਤਰ੍ਹਾਂ ਇਸ ਰਾਬੀਆ ਨਾਮ ਦੀ ਜੋ ਲੜਕੀ ਹੈ ਇਹ ਵੀ ਇਸ ਹਿਊਮਨ ਬੀਇੰਗ ਇਹਦੇ ਪ੍ਰੋਪਰ ਇਨਵੈਸਟੀਗੇਸ਼ਨ ਦੇ ਨਾਲ ਇਹਨੂੰ ਵੀ ਇਨਸਾਫ ਦਿੱਤਾ ਜਾਵੇ ਤੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ। ਅੱਜ ਦੀ ਸਾਡੀ ਇਹੀ ਡਿਮਾਂਡ ਹੈ ਕਿ ਹਰ ਇੱਕ ਲੜਕੀ ਨੂੰ ਸਿਰਫ ਰਾਬੀਆ ਸੈਫੀ ਹੀ ਨਹੀਂ, ਜੋ ਇਹਦੇ ਅੱਜ ਤੱਕ ਹੁਣ ਹੋ ਰਹੀਆਂ ਨੇ, ਅੱਗੇ ਵੀ ਜਿਹੜੇ ਇਸ ਤਰ੍ਹਾਂ ਦੇ ਹੋ ਰਹੇ ਨੇ ਰੇਪ ਕੇਸਿਸ ਵਗੈਰਾ, ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਸਖਤ ਤੋਂ ਸਖਤ ਕੋਈ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਇਹ ਚੀਜ਼ਾਂ ਨੇ ਜਿਹੜੇ ਸਾਡੀ ਗੌਰਮੈਂਟ ਹੈ ਉਹਨੂੰ ਕੁਝ ਫਾਲਤੂ ਦੇ ਲਾਜ਼ ਦੇ ਵਿੱਚ ਤਾਂ ਬੜੇ ਧਿਆਨ ਨੇ, ਜਿਵੇਂ ਕਿ ਅੱਜ ਕੱਲ੍ਹ ਦੇ ਬੜੇ ਤੋਂ ਬੜੇ ਨਿਊਜ਼ ਚੈਨਲ ਤਾਲਿਬਾਨ ਦੇ ਉੱਪਰ ਫੋਕਸ ਕਰ ਰਹੇ ਨੇ, ਆਤੰਕਵਾਦ ਦੇ ਉੱਪਰ ਫੋਕਸ ਕਰ ਰਹੇ, ਲੇਕਿਨ ਇਸ ਟੌਪਿਕ ਦੇ ਉੱਪਰ ਕੋਈ ਵੀ ਫੋਕਸ ਨਹੀਂ ਕਰ ਰਿਹਾ। ਤਾਂ ਸਾਡੀ ਇਹ ਰਿਕੁਐਸਟ ਹੈ ਕਿ ਇਸ ਚੀਜ਼ ਪਰ ਫੋਕਸ ਕਰਕੇ ਜਦ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਲੜਿਆ ਜਾਵੇ, ਤੁਹਾਨੂੰ ਪ੍ਰੋਪਰ ਇਨਸਾਫ ਦਿਲਾਇਆ ਜਾਵੇ। ਅੱਜ ਜਿਹੜੀ ਵੀ ਇਹ ਪ੍ਰੋਟੈਸਟ ਹੋ ਰਹੀ ਹੈ ਇਹਦੇ 'ਚ ਕਿਹਾ ਗਿਆ ਹੈ ਕਿ ਮਤਲਬ ਉਹਦੇ ਤੇ ਬਹੁਤ ਸਾਰੇ ਐਲੀਗੇਸ਼ਨਸ ਲੱਗੇ ਕੁੜੀ ਦੇ ਖੁਦ ਹੀ ਕਿ ਉਹਦਾ ਕਰੈਕਟਰ ਠੀਕ ਨਹੀਂ ਸੀ ਜਾਂ ਜੋ ਕੁਝ ਵੀ ਉਹਦੇ ਤੇ ਐਲੀਗੇਸ਼ਨਸ ਲੱਗੇ ਆ। ਅਸੀਂ ਸਿਰਫ ਇਹ ਗੱਲ ਕਹਿ ਰਹੇ ਹਾਂ ਜੇ ਉਹਦੀ ਕੋਈ ਵੀ ਗੱਲ ਵੀ ਸੀ, ਉਹਨਾਂ ਦੀ ਦਰਿੰਦਿਆਂ ਦੀ ਕੋਈ ਵੀ ਐਦਾਂ ਦੀ ਗੱਲ ਨਹੀਂ ਬਣਦੀ ਸੀ ਵੀ ਉਹਨਾਂ ਨੇ ਇੰਨੀ ਦਰਿੰਦਗੀ ਨਾਲ ਕੁੜੀ ਦੀ ਹੱਡੀਆਂ ਤੋੜੀਆਂ ਨੇ, ਕੁੜੀ ਨਾਲ ਬਦਤਮੀਜ਼ੀ ਕੀਤੀ ਹੈ, ਉਹਨਾਂ ਨੂੰ ਕੋਈ ਵੀ ਹੱਕ ਨਹੀਂ ਬਣਦਾ ਸੀ। ਤੇ ਅਸੀਂ ਇਹ ਚਾਹ ਰਹੇ ਹਾਂ ਵੀ ਹਰਿਆਣਾ 'ਚ ਇਹ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ। ਦਿੱਲੀ ਕੁੜੀ ਰਹਿੰਦੀ ਸੀ ਤੇ ਦਿੱਲੀ ਕੁੜੀ ਕੰਮ ਕਰਦੀ ਸੀ, ਅਸੀਂ ਚਾਹੁੰਦੇ ਹਾਂ ਵੀ ਦਿੱਲੀ 'ਚ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਅਸੀਂ ਹਰਿਆਣੇ ਨੂੰ ਨਹੀਂ ਇਹ ਇਨਵੈਸਟੀਗੇਸ਼ਨ ਕਰਨ ਦੇਣੀ ਤੇ ਅਸੀਂ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ, ਇੰਪਾਰਸ਼ਲ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ। ਕਿਹੜੀ ਜਥੇਬੰਦੀਆਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ? ਜਮਾਤ ਇਸਲਾਮੀ ਹਿੰਦ, ਇਸਤਰੀ ਜਾਗਰਤੀ ਮੰਚ ਤੇ ਵਿਮਨਸ ਰੈਵੋਲੂਸ਼ਨ ਫਾਊਂਡੇਸ਼ਨ ਵੱਲੋਂ ਇਹ ਕੀਤੀ ਜਾ ਰਹੀ ਹੈ ਪ੍ਰੋਟੈਸਟ ਤੇ ਸਾਨੂੰ ਬਹੁਤ ਆਰਗੇਨਾਈਜੇਸ਼ਨਸ ਨੇ ਸਮਰਥਨ ਦਿੱਤਾ। 16 ਆਰਗੇਨਾਈਜੇਸ਼ਨਸ ਦਾ ਸਾਨੂੰ ਸਮਰਥਨ ਆਇਆ ਤੇ ਅਸੀਂ ਉਹ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਤੇ ਉਹਨਾਂ ਦੀਆਂ ਔਰਤਾਂ ਤੇ ਉਹ ਮਰਦ ਹਜ਼ਰਾਤ ਇਹ ਰੋਸ ਮਾਰਚ ਵਿੱਚ ਹੁਮ ਹੁਮਾ ਕੇ ਪਹੁੰਚੇ ਆ। ਕੋਈ ਮੰਗ ਪੱਤਰ ਦਾ ਪ੍ਰੋਗਰਾਮ ਵੀ ਹੈ?
ਹਾਂਜੀ ਅੱਜ ਦਾ ਮੰਗ ਪੱਤਰ ਅਸੀਂ ਦੇ ਰਹੇ ਹਾਂ, ਜਿਹੜਾ ਕਿ ਅਸੀਂ ਡੀਸੀ ਸਾਹਿਬ ਨੂੰ ਦੇਵਾਂਗੇ ਤੇ ਅਸੀਂ ਦਿੱਲੀ ਦੇ ਮਹਿਲਾ ਕਮਿਸ਼ਨ ਨੂੰ ਵੀ ਅਸੀਂ ਉਹ ਮੰਗ ਪੱਤਰ ਦੇਵਾਂਗੇ, ਜਿਹਦੇ 'ਚ ਕਿ ਅਸੀਂ ਇਹ ਮੰਗ ਰੱਖ ਰਹੇ ਹਾਂ ਕਿ ਔਰਤਾਂ ਨੂੰ, ਜੇ ਅੱਜ ਔਰਤ ਲਹਿਰ ਬੋਲ ਰਹੀ ਹੈ ਤਾਂ ਔਰਤਾਂ ਦੇ ਕਮਿਸ਼ਨ ਨੂੰ ਵੀ ਬੋਲਣਾ ਚਾਹੀਦਾ ਹੈ। ਤੇ ਅਸੀਂ ਮੇਲਸ ਵੀ ਕਰਾਂਗੇ ਚੰਡੀਗੜ੍ਹ ਦੇ ਵਿਮਨ ਕਮਿਸ਼ਨ ਨੂੰ, ਮਨੀਸ਼ਾ ਗੁਲਾਟੀ ਜੀ ਨੂੰ ਵੀ ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਉਹ ਵੀ ਇਸ ਮੁੱਦੇ ਤੇ ਬੋਲਣ। ਅੱਜ ਅਸੀਂ ਆਪਣੀ ਰੋਸ ਮਾਰਚ ਤੋਂ ਬਾਅਦ ਅਸੀਂ ਮੇਲ ਕਰ ਰਹੇ ਹਾਂ ਮਨੀਸ਼ਾ ਗੁਲਾਟੀ ਜੀ ਨੂੰ, ਤੇ ਅਸੀਂ ਉਹਨਾਂ ਦੇ ਆਫਿਸ 'ਚ ਕਾਲ ਵੀ ਕਰਾਂਗੇ ਵੀ ਸਾਡੀ ਕਿਸੇ ਤਰ੍ਹਾਂ ਮਨੀਸ਼ਾ ਗੁਲਾਟੀ ਜੀ ਨਾਲ ਗੱਲ ਕਰਾਈ ਜਾਏ, ਤਾਂ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਉਹ ਵੀ ਇਸ ਗੱਲ ਤੇ ਬੋਲਣ ਤੇ ਉਹ ਕੁੜੀ ਜਿਹੜੀ ਰਾਬੀਆ ਸੈਫੀ ਆ ਉਹਦੇ ਘਰਦਿਆਂ ਨੂੰ ਤੇ ਰਾਬੀਆ ਸੈਫੀ ਨੂੰ ਇਨਸਾਫ ਦਿੱਤਾ ਜਾਏ। ਦੇ ਵਿੱਚ ਸਿਵਲ ਡਿਫੈਂਸ ਦੇ ਵਿੱਚ 21 ਸਾਲ ਦੀ ਰਾਬੀਆ ਸੈਫੀ ਕੰਮ ਕਰਦੀ ਸੀ। ਉਹਦਾ ਕਤਲ ਕੀਤਾ ਗਿਆ 26 ਅਗਸਤ ਨੂੰ, ਘਰ ਤੋਂ ਲਾਪਤਾ ਹੋਈ ਤੇ ਉਹਦਾ ਜਦ ਪਤਾ ਚੱਲਿਆ ਕਿ ਉਹਦਾ ਕਤਲ ਹੋ ਗਿਆ ਹੈ, ਉਹਦੇ ਤਾਲੁਕ ਦੇ ਨਾਲ ਅਸੀਂ ਇਹ ਪ੍ਰੋਟੈਸਟ ਕਰਨ ਜਾ ਰਹੇ ਹਾਂ। ਕੀ ਸਰਕਾਰ ਤੋਂ ਮੰਗ ਕਰ ਰਹੇ ਹੋ? ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਉਹ ਜਿਹੜੇ ਉਹਦੇ ਦੋਸ਼ੀ ਨੇ, ਦਰਿੰਦੇ ਨੇ, ਹੈਵਾਨਗੀ ਜਿਨ੍ਹਾਂ ਨੇ ਉਹਨਾਂ ਨਾਲ ਕੀਤੀ ਹੈ, ਉਹਦੇ ਨਾਲ ਰਾਬੀਆ ਸੈਫੀ ਦੇ ਨਾਲ ਕੀਤੀ ਹੈ, ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਉਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ। ਰਾਬੀਆ ਸੈਫੀ ਜਿਹੜਾ ਪਿਛਲੇ ਦਿਨੀ ਮਰਡਰ ਹੋਇਆ ਆ, ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਇਹ ਕੇਸ ਦੀ ਡੀਲਿੰਗ ਹੁੰਦੀ ਆ ਤੇ ਲੜਕੀ ਗਵਾਚਦੀ ਆ ਰਾਤ ਨੂੰ ਤੇ ਅਗਲੇ ਦਿਨ ਉਹਦੀ ਡੈੱਡ ਬੋਡੀ ਮਿਲਦੀ ਆ, ਇਹ ਬਹੁਤ ਸਾਰੇ ਗੰਭੀਰ ਸ਼ੰਕੇ ਖੜੇ ਕਰਦੀ ਆ। ਦੂਸਰੀ ਚੀਜ਼ ਇਹ ਆ ਕਿ ਅਸੀਂ ਇਹ ਕੇਸ ਦੀ ਜਿਹੜੀ ਆ, ਸਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੀਆਂ ਲੂਪ ਹੋਲਸ ਹੈਗੀਆਂ ਨੇ ਜਿਨ੍ਹਾਂ ਨੂੰ ਸਾਨੂੰ ਹਜੇ ਦੇਖਣ ਦੀ ਲੋੜ ਆ। ਤੇ ਬਟ ਸਰਕਾਰ ਦੀ ਜਿਸ ਤਰ੍ਹਾਂ ਦੀ ਦਲਿਤ ਤੇ ਮੁਸਲਿਮ ਔਰਤਾਂ ਪ੍ਰਤੀ ਪਾਲਿਸੀ ਹੈਗੀ ਆ ਤੇ ਦਿੱਲੀ ਗਵਰਨਮੈਂਟ ਕਿਸ ਤਰ੍ਹਾਂ ਬੀਜੇਪੀ ਸਰਕਾਰ ਦੀ ਪੈੜ 'ਚ ਪੈੜ ਰੱਖਦੀ ਆ, ਉਹਦੀ ਚੁੱਪੀ ਜਿਹੜੀ ਆ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਆ। ਇਸ ਕੇਸ ਦੇ ਵਿੱਚ ਵੀ ਅਸੀਂ ਇਹ ਡਿਮਾਂਡ ਕਰਦੇ ਹੈਗੇ ਆ ਕਿ ਇਹ ਕੇਸ ਦੀ ਜਿਹੜੀ ਆ ਫੇਅਰ ਐਂਡ ਜਿਹੜੀ ਆ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਵਿਗਿਆਨਿਕ ਰੂਪ ਦੇ ਵਿੱਚ। ਦੂਸਰੀ ਜਿਹੜੀ ਸਾਡੀ ਡਿਮਾਂਡ ਆ ਕਿ ਕੰਮਕਾਜੀ ਥਾਵਾਂ ਦੇ ਅੰਦਰ ਜਿੱਥੇ ਔਰਤਾਂ ਕੰਮ ਕਰਦੀਆਂ ਨੇ, ਤੇ ਜਦੋਂ ਦਿੱਲੀ ਦੇ ਅੰਦਰ ਨਿਰਭਇਆ ਵਾਲਾ ਕੇਸ ਹੋਇਆ ਸੀ ਤੇ ਬਹੁਤ ਸਾਰੇ ਲੋਕ ਸੜਕਾਂ ਤੇ ਸੀ, ਜਸਟਿਸ ਵਰਮਾ ਕਮਿਸ਼ਨ ਦੀ ਇੱਕ ਕਮੇਟੀ ਬਣਾਈ ਗਈ ਸੀਗੀ ਜਿਨ੍ਹਾਂ ਨੇ ਇਹ ਹਦਾਇਤਾਂ ਕੀਤੀਆਂ ਕਿ ਕੰਮਕਾਜੀ ਥਾਵਾਂ ਦੇ ਉੱਤੇ ਔਰਤਾਂ ਦੇ ਵਾਸਤੇ ਐਂਟੀ ਸੈਕਸ਼ੂਅਲ ਹਰਾਸਮੈਂਟ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ, ਜਿਹੜੀਆਂ ਕਮੇਟੀਆਂ ਇਹਨਾਂ ਕੇਸਿਸ ਨੂੰ ਡੀਲ ਕਰਨਗੀਆਂ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਰਹੀ ਆ। ਪਰ ਉਹ ਜਿਹੜੀਆਂ ਨੇ ਸਹੀ ਰੂਪ 'ਚ ਵਰਕ ਨਹੀਂ ਕਰਦੀਆਂ। ਪਿਛਲੇ ਦਿਨੀ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਜਦੋਂ ਜਸਟਿਸ ਗਾਂਗੁਲੀ ਵਾਲਾ ਕੇਸ ਹੁੰਦਾ ਆ ਤਾਂ ਉਸ ਸਮੇਂ ਅੰਦਰ ਉਹ ਆਪ ਹੀ ਉਸ ਕਮੇਟੀ ਦੇ ਅੰਦਰ ਬੈਠ ਜਾਂਦੇ ਆ, ਜਿਹੜੀ ਉਹ ਕਮੇਟੀ ਉੱਥੇ ਰਨ ਨਹੀਂ ਸੀ ਹੈ, ਤੇ ਜਦੋਂ ਥੱਲੋਂ ਆਇਆ ਇਸ ਗੱਲ ਦਾ ਤੇ ਉਹ ਆਪ ਬੈਠ ਗਏ। ਇਹ ਸਾਨੂੰ ਲੱਗਦਾ ਕਿ ਉੱਪਰੋਂ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ ਇਹ ਕਮੇਟੀਆਂ ਜਿਹੜੀਆਂ ਸਹੀ ਤਰੀਕੇ ਨਾਲ ਰਨ। ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਿਵਾਇਆ ਗਿਆ ਜੀ? ਪ੍ਰਸ਼ਾਸਨ ਵੱਲੋਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਆ ਕਿ ਅਸੀਂ ਤੁਹਾਡਾ ਇਹ ਜਿਹੜਾ ਮੰਗ ਪੱਤਰ ਆ, ਇਹ ਜਿਹੜਾ ਚੇਅਰਪਰਸਨ ਨੇ ਵਿਮਨ ਕਮਿਸ਼ਨ ਦੇ ਦਿੱਲੀ ਦੇ, ਉਹਨਾਂ ਤੱਕ ਵੀ ਪਹੁੰਚਾਇਆ ਜਾਊਗਾ ਤੇ ਜਿਹੜਾ ਹੋਮ ਮਿਨਿਸਟਰ ਨੂੰ ਜਿਹੜਾ ਅਸੀਂ ਭੇਜਿਆ ਆ ਉਹ ਵੀ ਪਹੁੰਚਾਇਆ ਜਾਊਗਾ। ਇਹ ਜਿਹੜਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈਗਾ ਆ। जो भी मंग पत्र है मैं मानयोग डीसी साहब रहे पंजाब सरकार ਨੂੰ ਭੇਜ ਦਿੱਤਾ ਜਾਊਗਾ। ਕੀ ਡਿਮਾਂਡ ਕੀ ਕੀਤੀ ਗਈ ਹੈ ਜੀ? ਅੱਜ ਜਿਨ੍ਹਾਂ ਵੱਲੋਂ ਤੁਹਾਨੂੰ ਮਿਲਿਆ ਗਿਆ, ਰੋਸ ਰੈਲੀ ਕੀਤੀ ਗਈ ਹੈ, ਤੁਹਾਡੇ ਕੋਲ ਕੀ ਮੰਗ ਰੱਖੀ ਗਈ ਹੈ? ਔਰ ਜੋ ਵੀ ਡਿਮਾਂਡ ਇਹਨਾਂ ਦੀ ਨਹੀਂ ਆਏ ਤੇ ਪਤਾ ਡੀਸੀ ਸਾਹਿਬ ਨੂੰ ਕੋਈ ਜ਼ਰੂਰੀ ਐਮਰਜੈਂਸੀ ਕੰਮ ਹੋ ਗਿਆ, ਇਸ ਕਰਕੇ ਨਹੀਂ ਆ ਸਕੇ। ਜਦੋਂ ਵੀ ਉਹ ਸਵੇਰੇ ਆਣਗੇ ਮਾਰਨਿੰਗ, ਉਹਨਾਂ ਨੂੰ ਉਹ ਵੀ ਮੰਗ ਪੱਤਰ ਹੈ, ਅਸੀਂ ਉਹਨਾਂ ਨੂੰ ਪਹੁੰਚਾ ਦਿੱਤਾ ਜਾਊਗਾ। ਸੋ